ਨਾਂ ਤੁਹਾਡਾ ਕਿਹੜੀ ਮੰਗ ਨੂੰ ਲੈ ਕੇ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ, ਕੀ ਮੰਗਾਂ ਤੁਹਾਡੀਆਂ ਕਿਹੜੀਆਂ ਮੰਗਾਂ ਰੱਖੀਆਂ और ਕੀ ਕਹਿਣਾ ਚਾਹੁੰਦੇ ਹੋ? मेरा नाम संजय शर्मा है और मैं लुधियाना का रहने वाला है। पंजाब की साड़ी पोल्ट्री एसोसीएशन जिसका नाम इंडिपेंडेंट पोल्ट्री एसोसीएशन है, जो बड़े सालों तो ब्रायलर फार्मर की वैलफेयर लिए काम करती आ रही है। मैं उसका प्रेजिडेंट है। साड़ी जी मंग है सरकार तो यह है कि जोड़े ब्रायलर फार्मर पंजाब च ब्रायलर का उत्पादन करते हैं, वो बड़े सारे प्राइवेट है और बड़े सारे कंट्रैक्ट वाले फार्मर है जोड़े कंपनियों नाल एग्रीमेंट करते हैं, जॉब और एग्रीमेंट यानी कि कंपनियों चिक्स दी है, फीड दी है, तैयार करके माल वो कंपनियां लै जांदियां। ਉਹਦੇ 'ਚ बहुत बड़ा धक्का हो रहा ਜਿਹੜੇ ब्रायलर फार्मर है उन्होंने ਜਿਹੜੇ ਉਹਦੀ ਮਿਹਨਤ ਦਾ ਮੁੱਲ ਵੀ ਨਹੀਂ ਮਿਲਦਾ ਹੈਗਾ। ਜਿਹੜੇ ਗਰੋਇੰਗ ਚਾਰजेस है ਉਹਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਲਾਗਤ ਹੈ ਉਸ ਤੋਂ ਬਹੁਤ ਘੱਟ ਮਿਲਦੇ ਹੈ। ਔਰ ਸਭ ਤੋਂ ਵੱਡੀ ਗੱਲ ਕੋਈ ਨੁਕਸਾਨ ਹੋ ਜਾਂਦਾ ਕਿਸੇ ਵਜ੍ਹਾ ਨਾਲ ਉਹਨਾਂ ਦੇ ਗਰੋਇੰਗ ਚਾਰजेस ਜੋ ਫਾਰਮਰ ਦੇ ਕੱਟ ਲਿੱਤੇ ਜਾਂਦੇ ਨੇ। ਸਭ ਤੋਂ ਵੱਡੀ ਗੱਲ ਹੈ ਜਿਹੜੀ ਐਗਰੀਮੈਂਟ ਹੁੰਦੇ ਆ ਉਹਨਾਂ ਦੀ ਧਾਰਾਵਾਂ ਉਹ ਇੱਕ ਪਾਸੜ ਨੇ, ਜਿਹੜੀਆਂ ਧਾਰਾਵਾਂ ਵਿੱਚ ਫਾਰਮਰ ਦੇ ਹਿੱਤ ਦਾ ਬਿਲਕੁਲ ਜਗ੍ਹਾ ਨਹੀਂ ਹੈਗੀ। ਯਾਨੀ ਕਿ ਜੇ ਉਹ ਕੰਪਨੀ ਐਗਰੀਮੈਂਟ ਕਰਦੀ ਵੀ ਹੈ ਤੇ ਉਹਦੀ ਕਾਪੀ ਤੱਕ ਫਾਰਮਰ ਨੂੰ नहीं मिलती हैगी। एडवांस चैक लिते जाते हैं और गरंटर के चैक लिते जाते हैं और कोई सुनवाई नहीं हैगी। कंपनी चिक्स भेजे ना भेजे, साल दे विच 6 फ्लॉक की होंगे एग्रीमेंट होंगी है, 2 पेज दी है, 3 पेज दी है, कोई रोक नहीं है। फीड की किहड़ी क्वालिटी की आती है नहीं आती है कोई चैक नहीं हैगा। चिक्स जिस तरह तुसीं पालदे हो तुसीं डॉलर ही पालदे हो, ਤੁਹਾਡੇ ਕੋਲ ਕਿੰਨੀ ਖਰੀਦ ਕੀਤੀ ਜਾਂਦੀ ਹੈ ਤੇ ਬਾਜ਼ਾਰਾਂ ਦੇ ਵਿੱਚ ਉਹਨੂੰ 180 ਜਾਂ 200 ਦੇ ਕਰੀਬ ਅਸਲੇ ਵੇਚਿਆ ਜਾਂਦਾ, ਉਹਦਾ ਮਾਰਜਨ ਕਿੱਥੇ ਜਾਂਦਾ? ਦੇਖੋ ਫਾਰਮਰ ਨਾਲ ਇੰਨਾ ਤੱਕ ਹੁੰਦਾ ਕਿ ਉਹਨੂੰ ਦਾ ਉਹਦਾ ਜਿਹੜੀ ਉਹਦੀ ਉਪਜ ਆ ਉਹਦਾ ਮਾਲਕ ਨਹੀਂ ਹੈਗਾ। ਫਾਰਮਰ ਜਿਹੜਾ ਹੈਗਾ ਉਹ ਸਾਰਾ ਤਿਆਰ ਕਰਕੇ ਦਿੰਦਾ, ਉਹਦੀ ਜ਼ਮੀਨ ਉਹਦੀ ਹੈ, ਉਹਦਾ ਫਾਰਮ ਉਹਦਾ, ਲੇਬਰ ਉਹਦਾ, ਪਰ ਜਿਹੜੀ ਉਹਦੀ ਫਸਲ ਹੈਗੀ ਆ ਉਹ ਤੇ ਉਹਦਾ ਹੱਕ ਹੀ ਨਹੀਂ ਹੈਗਾ। ਯਾਨੀ ਕਿ ਚਿਕਸ ਕੰਪਨੀ ਭੇਜਦੀ ਹੈ, ਮਾਲ ਤਿਆਰ ਕਰਕੇ ਕੰਪਨੀ ਲੈ ਜਾਂਦੀ ਹੈ ਔਰ ਰੇਟ 200 ਰੁਪਏ ਵੇਚਣ, 100 ਰੁਪਏ ਵੇਚਣ, ਉਹਦੇ 'ਚ ਫਾਰਮਰ ਨੂੰ ਕੁਝ ਨਹੀਂ ਲੱਭਦਾ ਹੈਗਾ। ਇਹ ਕੰਪਨੀਆਂ ਪੰਜਾਬ ਸਰਕਾਰ ਦੀਆਂ ਕਿੱਦਾਂ ਇਹ ਕੰਪਨੀਆਂ ਤੇ ਕਿੱਦਾਂ ਆਈਆਂ? ਦੇਖੋ ਇਹ ਕੰਪਨੀਆਂ ਅੱਜ ਤੋਂ 8-10 ਸਾਲ ਪਹਿਲਾਂ ਪੰਜਾਬ 'ਚ ਆਈਆਂ ਸੀਗੀਆਂ। ਇਹ ਕਹਿੰਦੇ ਸੀ ਅਸੀਂ ਜੀ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ, ਅਸੀਂ ਇੱਥੇ ਇਨਵੈਸਟਮੈਂਟ ਕਰਾਂਗੇ, ਅਸੀਂ ਵੈਲਿਊ ਐਡੀਸ਼ਨ ਕਰਾਂਗੇ, ਐਕਸਪੋਰਟ ਕਰਾਂਗੇ। ਉਹਨਾਂ ਨੇ ਹੌਲੀ ਹੌਲੀ ਕਰਕੇ ਕੀਤਾ ਗਿਆ ਕਿ ਨਾ ਤਾਂ ਉਹਨਾਂ ਨੇ ਇੱਥੇ ਕੋਈ ਇਨਵੈਸਟਮੈਂਟ ਕੀਤੀ, ਨਾ ਇੱਥੇ ਕੋਈ ਫੀਡ ਮਿਲਾਂ ਲਾਈਆਂ, ਨਾ ਕੋਈ ਹੈਚਰੀ ਲਗਾਈਆਂ, ਨਾ ਕੋਈ ਪ੍ਰੋਸੈਸਿੰਗ ਪਲਾਂਟ ਲਾਏ। ਉਹਨਾਂ ਨੇ ਹੌਲੀ ਹੌਲੀ ਜਿਹੜਾ ਆਮ ਫਾਰਮਰ ਸੀਗਾ ਉਹਦੇ ਮੁਕਾਬਲੇ ਸਸਤਾ ਮਾਲ ਵੇਚ ਕੇ ਉਹਨੂੰ ਘਾਟਾ ਪਵਾ ਕੇ ਉਹਨੂੰ ਇਸ ਬਿਜ਼ਨਸ ਤੋਂ ਬਾਹਰ ਕੱਢਤਾ। ਪਤਾ ਕੀ ਗੱਲ ਹੈ ਜੀ, ਦੇਖੋ ਅਸੀਂ ਤਾਂ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸਾਰੇ ਪੰਜਾਬ ਦੇ ਫਾਰਮਰ ਮਿਲ ਕੇ ਕਿ ਚਲੋ ਪਿਛਲੀ ਸਰਕਾਰ ਨੇ ਸਾਡਾ ਕੋਈ ਨਹੀਂ ਸੋਚਿਆ, ਚਲੋ ਇਹ ਸਰਕਾਰ ਛੋਟੇ ਫਾਰਮਰ ਦਾ, ਗਰੀਬ ਕਿਸਾਨ ਦਾ ਕੋਈ ਸੋਚੇਗੀ। ਪਰ ਅੱਜ ਕੱਲ੍ਹ ਹਾਲਾਤ ਇਹ ਹੈ ਕਿ ਜਿਹੜਾ ਆਮ ਫਾਰਮਰ ਹੈ ਉਹਦੀ ਸੁਣਵਾਈ ਨਹੀਂ ਹੈਗੀ। ਜਿਹੜੇ ਕੰਪਨੀਆਂ ਹੈ ਉਹਨਾਂ ਦੀ ਸੁਣਵਾਈ ਹੈਗੀ ਹੈ। ਕੰਪਨੀ ਆਪਣੇ ਕੁਝ ਐਸੇ ਫਾਰਮਰ ਨੂੰ ਡਿਪਾਰਟਮੈਂਟ ਮੂਹਰੇ ਪੇਸ਼ ਕਰਦੀ ਹੈ ਜਿਹੜੇ ਉਹਨਾਂ ਕੋਲ ਆਉਂਦੀ ਹੈ ਜ਼ਬਰਦਸਤੀ ਕਿ ਵੀ ਸਾਨੂੰ ਵਧੀਆ ਹੈ, ਸਾਨੂੰ ਵਧੀਆ ਗਰੋਇੰਗ ਚਾਰਜ ਮਿਲਦੇ ਆ, ਅਸੀਂ ਖੁਸ਼ ਹੈਗੇ ਹਾਂ। ਜਦ ਕਿ ਇਹ ਐਸਾ ਹੈ ਨਹੀਂ ਆ। ਆਮ ਫਾਰਮਰ ਬਹੁਤ ਦੁਖੀ ਹੈ ਕੰਪਨੀਆਂ ਤੋਂ, ਉਹਨਾਂ ਨੂੰ ਉਹਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਹੈਗਾ ਔਰ ਕੱਲ੍ਹ ਕੋਈ ਨੁਕਸਾਨ ਹੋ ਜਾਂਦਾ ਤੇ ਉਹਦੇ ਪੈਸੇ ਕੱਟ ਲਿੱਤੇ ਜਾਂਦੇ ਨੇ। ਸੋ ਸਾਡੀ ਸਰਕਾਰ ਕੋਲੋਂ ਇਹ ਮੰਗ ਹੈਗੀ ਹੈ ਕਿ ਅਸੀਂ ਨਹੀਂ ਕਹਿੰਦੇ ਕੰਪਨੀਆਂ ਭੱਜ ਜਾਣ ਜਾਂ ਕੰਪਨੀਆਂ ਬੰਦ ਕਰਨ ਦਾ, ਅਸੀਂ ਚਾਹੁੰਦੇ ਕੰਪਨੀਆਂ ਕੰਮ ਕਰਨ ਪਰ ਉਹ ਇੱਕ ਨਿਯਮ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨ, ਫਾਰਮਰ ਨਾਲ ਧੱਕਾ ਨਾ ਕਰਨ। ਯਾਨੀ ਕਿ ਜਿਹੜੇ ਗਰੋਇੰਗ ਚਾਰजेस ਹੈ ਉਹਦੀ ਕੈਲਕੂਲੇਸ਼ਨ ਹੋਵੇ। ਦੇਖੋ ਸੈਂਟਰ ਗੌਰਮੈਂਟ ਦੀ ਜਿਹੜੀ ਹਦਾਇਤਾਂ ਦਿੱਤੀ ਉਹਦੇ 'ਚ ਕਿਹਾ ਗਿਆ ਹੈ ਕਿ ਜਿਹੜੀ ਉਹਦੀ ਕੋਸਟ ਆਫ ਪ੍ਰੋਡਕਸ਼ਨ ਦੀ ਸ਼ੀਟ ਉਹ ਮੈਂਡੇਟਰੀ ਐਗਰੀਮੈਂਟ ਦੇ ਨਾਲ ਲਾਉਣਾ। ਕੰਪਨੀਆਂ ਕਿਉਂ ਨਹੀਂ ਲਗਾਉਂਦੀਆਂ? ਇਹ ਤਾਂ ਸੈਂਟਰ ਗੌਰਮੈਂਟ ਦੀ ਗਾਈਡਲਾਈਨ ਹੈ। ਇੱਕ ਸੈਂਟਰ ਗੌਰਮੈਂਟ ਦੀ ਗਾਈਡਲਾਈਨ ਵੀ ਨਹੀਂ ਮੰਨਦੀ ਕੰਪਨੀਆਂ। ਕਿ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਕਿ ਤੁਸੀਂ ਉਹ 'ਚ ਫਿਕਸਡ ਕੋਸਟ ਹੈ, ਫਾਰਮ ਦਾ ਬਣਵਾਈ ਹੈ, ਉਹਦੇ ਲੇਬਰ ਹੈ, ਉਹਦੇ ਬਿਜਲੀ ਹੈ, ਉਹਦੀ ਪਾਣੀ, ਹਰ ਚੀਜ਼ ਦਾ ਕੈਲਕੂਲੇਸ਼ਨ ਕਰੋ। ਫਿਰ ਉਹਦੇ ਗਰੋਇੰਗ ਚਾਰਜ ਜੋ ਬੰਦੇ ਉਹਦੇ 25% ਐਡ ਮਿਨੀਮਮ ਇਹ 'ਚ ਕਿਹਾ ਗਿਆ ਕਿ ਜੋ ਉਹਦੀ ਕੋਸਟ ਆਫ ਪ੍ਰੋਡਕਸ਼ਨ ਪੈਂਦੀ ਗਰੋਇੰਗ ਚਾਰਜ ਹੁੰਦੇ ਆ ਉਹ ਤੋਂ 25% ਘੱਟ ਤੋਂ ਘੱਟ ਐਡ ਕਰਕੇ ਉਹ ਫਾਰਮਰ ਨੂੰ ਮਿਲਣਾ ਚਾਹੀਦਾ। ਅਸੀਂ ਸਿਰਫ ਇੰਨਾ ਕਹਿੰਦੇ ਹਾਂ ਕਿ ਤੁਸੀਂ ਟੇਬਲ 'ਤੇ ਬੈਠੋ, ਕੈਲਕੂਲੇਟ ਕਰੋ ਕਿ ਖਰਚੇ ਪੈਂਦੇ ਕਿੰਨੇ ਫਾਰਮਰ ਦੇ, ਤੁਸੀਂ ਉਹਦੇ 'ਚ ਜੋ ਕੈਲਕੂਲੇਟ ਕਰਕੇ ਉਹ ਤੋਂ 25% ਐਡ ਕਰਕੇ ਦੇ ਦਿਓ, ਚਾਹੇ ਉਹ 5 ਰੁਪਏ ਹੋਣ ਚਾਹੇ 20 ਰੁਪਏ ਹੋਣ, ਸਾਨੂੰ ਉਹਨੂੰ ਨਹੀਂ ਪਤਾ ਹੈਗਾ। ਤੁਹਾਡੀ ਮੀਟਿੰਗ ਹੋਈ ਕਦੀ ਕਿਸੇ ਅਧਿਕਾਰੀ ਨਾਲ ਜਾਂ ਪੰਜਾਬ ਦੇ ਕਿਸੇ ਨੁਮਾਇੰਦੇ ਨਾਲ ਜਾਂ ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਅੱਗੇ ਕੀ ਕੀਤਾ ਜਾਏਗਾ? ਮੈਂ ਜਵਾਬ ਦਿੰਦਾ। ਦੇਖੋ ਸਾਡੀ ਧਾਲੀਵਾਲ ਸਾਹਿਬ ਨਾਲ ਮੀਟਿੰਗ ਹੋਈ ਸੀ ਲਾਸਟ ਈਅਰ ਉਹਨਾਂ ਡਿਪਾਰਟਮੈਂਟ ਨਾਲ ਤੇ ਉਹਨੇ ਸਾਨੂੰ ਸੁਣਿਆ ਵੀ। ਉਹ ਕਹਿੰਦੇ ਠੀਕ ਹੈ ਅਸੀਂ ਤੁਹਾਡੀ ਹੁਣ ਗੱਲਬਾਤ ਸੁਣ ਲਈ, ਅਸੀਂ ਹੁਣ ਜਿਹੜੇ ਕੰਪਨੀਆਂ ਨਾਲ ਵੀ ਗੱਲਬਾਤ ਕਰਾਂਗੇ। ਇਸ ਗੱਲ ਨੂੰ ਸਾਲ ਹੋਣ ਵਾਲਾ ਹੋ ਗਿਆ ਵੈ, ਉਹ ਗੱਲਬਾਤਾਂ ਹੀ ਚੱਲ ਰਹੀਆਂ। ਉਹ ਮਤਲਬ ਟਾਈਮ ਪਾਸ ਕਰਨ ਦੀ ਗੱਲ ਕਰਦੇ ਪਏ ਹੈ ਪਰ ਫਾਰਮਰ ਹੈ ਹੌਲੀ ਹੌਲੀ ਖਤਮ ਹੋ ਰਿਹਾ, ਉਹਦੀ ਸੁਣਵਾਈ ਨਹੀਂ ਹੈਗੀ। ਸਾਡਾ ਹੈ ਕਿ ਦੇਖੋ ਫਾਰਮਰ ਹੌਲੀ ਹੌਲੀ ਕਾਰਪੋਰੇਟ ਦਾ ਕਬਜ਼ਾ ਹੋ ਰਿਹਾ ਫਾਰਮਰ ਦੇ ਉੱਤੇ। ਸਰ ਜੇ ਤੁਹਾਡੀ ਸੁਣਵਾਈ ਨਹੀਂ ਹੋਏਗੀ ਫਿਰ ਕੀ ਕੀਤਾ ਜਾਏਗਾ? ਦੇਖੋ ਇੱਕੋ ਹੀ ਰਸਤਾ ਬਚਦਾ ਜੀ ਕਿ ਇਹ ਸਾਰੇ ਫਾਰਮਰ ਸੜਕਾਂ 'ਤੇ ਨਿਕਲਣਗੇ
ਅਸੀਂ ਇਹਨਾਂ ਦੇ ਜਿਹੜੇ ਦਫ਼ਤਰ ਧਰਨੇ ਲਾਵਾਂਗੇ ਔਰ ਕੱਲ ਕਿਸੇ ਤਰ੍ਹਾਂ ਦਾ ਕੋਈ ਚੀਜ਼ ਫਾਰਮਰ ਤੈਸ਼ ਕੋਈ ਹੁੰਦਾ ਹੈ ਤਾਂ ਉਹਦਾ ਹਰਜਾਨਾ ਤਾਂ ਸਰਕਾਰ ਦੇ ਪਏਗਾ ਨਾ। ਇਸ ਤਰ੍ਹਾਂ ਸਰਕਾਰ ਦੇ ਮੂਹਰੇ ਬੇਨਤੀ ਕਰ ਸਕਦੇ ਹਾਂ ਕਿ ਵੀ ਸਾਡਾ ਕੁਝ ਸੁਣਵਾਈ ਕੀਤੀ ਜਾਵੇ, ਨਹੀਂ ਤਾਂ ਕੁਝ ਵੀ ਇਸ ਤਰ੍ਹਾਂ ਵਜੋਂ ਅਸੀਂ ਪ੍ਰਦਰਸ਼ਨ ਕਰਦੇ ਹਾਂ ਜਾਂ ਧਰਨਾ ਲਾਉਂਦੇ ਹਾਂ ਤੇ ਸਰਕਾਰ ਕਿਉਂ ਇਹ ਫਾਰਮਰ ਦੀ ਭਾਵਨਾਵਾਂ ਨਾਲ ਖੇਡ ਰਹੀ ਹੈ, ਉਹ ਸੁਣਵਾਈ ਕਰੇ। ਔਰ ਅਸੀਂ ਨਹੀਂ ਕਹਿੰਦੇ ਜੋ ਜਾਇਜ਼ ਉਹਨਾਂ ਦੀ ਡਿਮਾਂਡਸ ਹੈਗੀਆਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਫਾਰਮਰ ਦਾ ਨਿਆਂ ਮਿਲਣਾ ਚਾਹੀਦਾ, ਸਾਡੀ ਸਿਰਫ ਇਹੀ ਮੰਗ ਹੈ। ਕੀ ਨਾਂ ਤੁਹਾਡਾ, ਕੀ ਡੈਜ਼ਿਗਨੇਸ਼ਨ? ਮੈਂ ਦੁਬਾਰਾ ਦੱਸ ਰਿਹਾ, ਮੇਰਾ ਨਾਮ ਸੰਜੇ ਸ਼ਰਮਾ ਹੈ ਔਰ ਪੰਜਾਬ ਦੀ ਜਿਹੜੀ ਪੋਲਟਰੀ ਐਸੋਸੀਏਸ਼ਨ ਦਾ ਨਾਮ ਇੰਡੀਪੈਂਡੈਂਟ ਪੋਲਟਰੀ ਐਸੋਸੀਏਸ਼ਨ ਹੈ, ਸਾਡੀ ਇੱਕ ਰਜਿਸਟਰਡ ਐਸੋਸੀਏਸ਼ਨ ਹੈ ਜਿਹਦਾ ਦਫ਼ਤਰ ਲੁਧਿਆਣਾ 'ਚ, ਮੈਂ ਉਹਦਾ ਪ੍ਰੈਜ਼ੀਡੈਂਟ ਹੈਗਾ। ਮੇਰਾ ਜਰਨੈਲ ਸਿੰਘ ਨਾਂ ਜੀ, ਇੰਡੀਪੈਂਡੈਂਟ ਪੋਲਟਰੀ ਫਾਰਮਰ ਦੇ ਅਸੀਂ ਜਿਹੜੇ ਆ ਜ਼ਿਲ੍ਹੇ ਪੱਧਰ ਦੇ ਵਰਕਰ ਆ। ਸਾਡੀ ਅੱਜ ਜ਼ਿਲ੍ਹੇ ਦੀ ਜਿਹੜੀ ਆ ਚੋਣ ਆ, ਡੈਲੀਗੇਟ ਇਜਲਾਸ ਆ ਅਸੀਂ ਬੁਲਾਇਆ ਆ। ਪੋਲਟਰੀ ਫਾਰਮਰ ਸਰਕਾਰ ਦੇ ਨਾਲ ਸਰਕਾਰ ਜਿਹੜੀ ਆ ਪੋਲਟਰੀ ਫਾਰਮਰ ਦਾ ਬਹੁਤ ਵੱਡਾ ਧੱਕਾ ਕਰ ਰਹੀ ਆ। ਔਰ ਇੱਕ ਈਸਟ ਇੰਡੀਆ ਕੰਪਨੀ ਜਿਹੜੀ ਆਈ ਸੀ ਇੱਥੋਂ 200 ਸਾਲ ਉਹ ਰਾਜ ਕਰ ਗਈ ਇੰਡੀਆ ਦੇ ਉੱਤੇ, ਤੇ ਉਹਨੂੰ ਕੱਢਣ ਲੱਗਿਆਂ ਕਿਸ ਢੰਗ ਦੇ ਨਾਲ ਕੁਰਬਾਨੀਆਂ ਦੇਣੀਆਂ ਪਈਆਂ। ਇਸੇ ਤਰ੍ਹਾਂ ਇਹ ਕਾਰਪੋਰੇਟ ਘਰਾਣੇ, ਜਿਸ ਤਰ੍ਹਾਂ 3 ਖੇਤੀ ਵਿਰੋਧੀ ਕਾਨੂੰਨ ਕਿਸਾਨ ਦੇ ਜਿਹੜੇ ਸੀ ਉਹ ਖਿਲਾਫ ਆਏ ਸੀ, ਕਿਸਾਨਾਂ ਨੇ ਲੜ ਕੇ ਉਹ ਵਾਪਸ ਕਰਾਏ। ਇਹ ਉਹੋ ਹੀ ਕਾਰਪੋਰੇਟ ਘਰਾਣੇ ਆ ਜਿਹੜੇ ਪੋਲਟਰੀ ਦੇ ਉੱਤੇ ਕਬਜ਼ਾ ਕਰ ਗਏ ਨੇ। ਕੋਈ ਇਹਨਾਂ 'ਚ ਰਜਿਸਟਰਡ ਨਹੀਂ, ਕੋਈ ਗਵਰਨਮੈਂਟ ਦੀ ਮਨਜ਼ੂਰੀ ਲੈ ਕੇ ਇਹ ਕਾਰੋਬਾਰ ਨਹੀਂ ਕਰ ਰਹੇ। ਇਹ ਆਪਣੇ ਤੌਰ ਤੇ ਇੰਡੀਪੈਂਡੈਂਟ ਕੰਪਨੀਆਂ ਬੈਂਕਾਂ ਕੋਲੋਂ ਕੋਈ 1000 ਕਰੋੜ ਲੈ ਕੇ, ਕੋਈ 400 ਕਰੋੜ ਲੈ ਕੇ, ਕੋਈ 600 ਕਰੋੜ ਰੁਪਈਆ ਲੈ ਕੇ, ਤੇ ਇਹ ਸਾਡੇ ਪੋਲਟਰੀ ਫਾਰਮਰ ਜਿਹੜਾ ਕੰਟਰੈਕਟ ਵਰਕਰ ਆ, ਜਿਹੜਾ ਉਹਦਾ ਕੰਟਰੈਕਟਰ ਆ, ਜਿਹੜਾ ਉਹਦਾ ਇੱਕ ਸ਼ੋਸ਼ਣ ਕਰ ਰਹੇ ਆ। ਜਦੋਂ ਕਿ ਇਹ ਜਿਹੜੇ ਰੇਟ ਨੇ ਅੱਜ ਤੋਂ 15 ਸਾਲ ਪੁਰਾਣੇ ਜਿਹੜੇ ਨੇ, ਉਦੋਂ ਵੀ ਰੇਟ ਇਹੋ ਹੀ ਦੇ ਰਹੇ ਸੀ ਲੇਬਰ ਦਾ, ਤੇ ਅੱਜ ਵੀ ਦੇ ਰਹੇ ਨੇ। ਆਪਣੇ ਕਾਰੋਬਾਰ ਨੂੰ ਇਹ ਪ੍ਰਫੁੱਲਤ ਕਰਨ ਲਈ ਜਿਹੜਾ ਇੱਕ 10,000 ਦੇ ਬਰਾਲਰ ਫਾਰਮ ਪਿੱਛੇ ਇੱਕ 3 ਲੱਖ ਤੋਂ 3.5 ਲੱਖ ਰੁਪਈਆ ਕਮਾ ਕੇ ਦਵਾਈਆਂ ਚੋਂ, ਫੀਡ ਚੋਂ, ਚੂਚੇ ਚੋਂ ਲੈ ਜਾਂਦੇ ਨੇ, ਲੇਕਿਨ ਫਾਰਮਰ ਦੀ FCR ਡਾਊਨ ਕਰਕੇ, ਉਹਨੂੰ ਘਾਟਾ ਸ਼ੋਅ ਕਰਕੇ, ਉਹਨੂੰ ਉਹਦੀ ਕਿਰਤ ਦਾ ਮੁੱਲ ਵੀ ਨਹੀਂ ਦੇ ਰਹੇ। ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਕੀ ਕੀਤਾ ਜਾਏਗਾ? ਅਸੀਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਨੇ ਕਿਸਾਨ ਮਿਲਣੀ 12/2/23 ਨੂੰ PAU ਲੁਧਿਆਣਾ ਵਿਖੇ ਰੱਖੀ ਸੀ, ਜਿਹਦੇ ਤੇ ਅਸੀਂ ਇੱਥੋਂ ਘੱਟ ਤੋਂ ਘੱਟ 20-25 ਫਾਰਮਰ ਗੁਰਦਾਸਪੁਰ ਤੋਂ ਗਏ ਸੀ। ਉੱਥੇ ਭਗਵੰਤ ਮਾਨ ਜੀ ਨੇ ਆਣ ਕੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਖੇਤੀ ਪਾਲਿਸੀ ਲਿਆ ਰਹੇ ਹਾਂ, 31/3/23 ਤੱਕ ਅਸੀਂ ਤੁਹਾਨੂੰ ਖੇਤੀ ਪਾਲਿਸੀ ਲਿਆ ਕੇ ਤੁਹਾਡੇ ਪੋਲਟਰੀ ਫਾਰਮਰ ਦੇ ਮਸਲੇ ਹੱਲ ਕਰਾਂਗੇ। ਉਹ 31/3 ਤੱਕ ਨਹੀਂ ਹੋਏ। ਇਸ ਤੋਂ ਬਾਅਦ ਭਗਵੰਤ ਮਾਨ ਜੀ ਨੇ 11/5/2023 ਨੂੰ ਦੂਸਰੀ ਕਿਸਾਨ ਮਿਲਣੀ ਫਿਰ ਉੱਥੇ ਬੁਲਾਈ। ਉਹਦੇ ਵਿੱਚ ਫਿਰ ਸਾਡੇ ਫਾਰਮਰ ਗਏ, ਕਿਸਾਨ ਭਰਾ ਵੀ ਗਏ, ਹਮਾ ਕੇ ਪੰਜਾਬ ਚੋਂ 15 ਤੋਂ 20 ਹਜ਼ਾਰ ਕਿਸਾਨ ਆਇਆ। ਭਗਵੰਤ ਮਾਨ ਜੀ ਉੱਥੇ ਨਹੀਂ ਆਏ। ਉੱਥੇ 2 ਮੰਤਰੀ ਭੇਜ ਦਿੱਤੇ ਗਏ, ਕੁਲਦੀਪ ਸਿੰਘ ਧਾਲੀਵਾਲ ਤੇ ਲਾਲਜੀਤ ਭੁੱਲਰ, ਜਿਨ੍ਹਾਂ ਨੇ ਸਾਨੂੰ ਜਿਹੜੇ ਸੀ ਉਹ ਲਾਰੇ ਲਾ ਕੇ ਡੰਗ ਟਪਾਈ ਕੀਤੀ। ਲੋਕਾਂ ਨੇ ਉਹਨਾਂ ਦੇ ਹੱਥਾਂ 'ਚੋਂ ਮਾਈਕ ਖੋਹ ਕੇ ਆਪਣੀਆਂ ਪ੍ਰੋਬਲਮਾਂ ਦੱਸੀਆਂ। ਅਸੀਂ ਵੀ ਦੱਸੀ ਉੱਥੇ ਕਿ ਸਾਰੇ ਪੰਜਾਬ ਵਿੱਚ ਗੁਰਦਾਸਪੁਰ ਜ਼ਿਲ੍ਹੇ 'ਚ ਪੋਲਟਰੀ ਫਾਰਮਰ ਜਿਹੜੇ ਨੇ ਉਹ ਮਤਲਬ ਪ੍ਰੋਡਕਸ਼ਨ ਪੰਜਾਬ ਦੇ ਵਿੱਚ ਵੱਧ ਹੋ ਰਹੀ ਆ। ਤੇ ਸਾਡੇ ਗੁਰਦਾਸਪੁਰ ਜ਼ਿਲ੍ਹੇ 'ਚ ਨਾ ਕੋਈ ਡਾਕਟਰ ਆ ਪੋਲਟਰੀ ਦਾ, ਨਾ ਇੱਥੇ ਕੋਈ ਲੈਬ ਆ, ਨਾ ਇੱਥੇ ਕੋਈ ਫੀਡ ਦੀ ਲੈਬ ਆ, ਨਾ ਕੋਈ ਵਾਲੀ ਵਾਰਸ ਆ। ਔਰ ਖੁੰਬਾਂ ਵਾਂਗੂ ਇੱਥੇ ਜਿਹੜੀਆਂ ਨੇ ਕਾਰਪੋਰੇਟ ਘਰਾਣੇ ਕੰਪਨੀਆਂ ਆਪੇ ਹੀ ਜਿਹੜਾ ਕੋਈ ਉੱਠਦਾ ਉਹ ਆਪਣੀ ਕੰਪਨੀ ਬਣਾ ਲੈਂਦਾ। ਤੇ ਫਾਰਮਰ ਦਾ 65 ਦਿਨ ਵਿੱਚ ਬਰਾਲਰ ਚੁੱਕਿਆ ਜਾ ਰਿਹਾ, ਜਦੋਂ ਕਿ ਇਹਨਾਂ ਕੰਪਨੀਆਂ ਨੇ 38 ਤੋਂ 40 ਦਿਨ ਵਿੱਚ ਚੁੱਕਣਾ ਹੁੰਦਾ। ਤੇ ਫਾਰਮਰ ਨੂੰ 1 ਪੈਸਾ ਵੀ ਦੇ ਕੇ ਨਹੀਂ ਜਾਂਦੇ ਤੇ ਗਾੜੀਆਂ ਮਖੌਲ ਕਰਕੇ ਉਹ ਚਲੇ ਜਾਂਦੇ ਨੇ। ਸਾਡੀ ਨਾ ਕੋਈ ਜ਼ਿਲ੍ਹਾ ਪੱਧਰ ਤੇ ਸੁਣਵਾਈ ਆ। ਅਸੀਂ ਇਸ ਆਪਣੀ ਜਿਹੜੀ ਆ ਜੇ ਸਰਕਾਰ ਨੇ ਹੁਣ 30 ਜੂਨ ਜਿਹੜੀ ਆ ਉਹ ਕਿਸਾਨ ਨੀਤੀ ਦੀ ਮਿਤੀ ਹੋਈ ਆ, 30 ਜੂਨ ਤੱਕ ਪਾਲਿਸੀ ਬਣਾਵਾਂਗੇ। ਜੇ ਸਾਡੀ ਪੋਲਟਰੀ ਫਾਰਮਰ ਦੀਆਂ ਅਸੀਂ 30 ਜੂਨ ਤੱਕ ਉਡੀਕਾਂਗੇ, ਸਾਡੀਆਂ ਮੰਗਾਂ ਪ੍ਰਤੀ ਕੋਈ ਰਸਤਾ ਨਾ ਕੱਢਿਆ ਆਪਣੇ ਗੜਵਾਸੂ ਦੀ ਰਿਪੋਰਟ ਮੁਤਾਬਕ ਜਾਂ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਉਣ ਲਈ ਕੋਈ ਵੀ ਸਰਕਾਰ ਨੇ ਰਾਹ ਅਖਤਿਆਰ ਨਾ ਕੀਤਾ ਤਾਂ ਅਸੀਂ ਇਸ ਤੋਂ ਬਾਅਦ ਮੰਤਰੀਆਂ ਦਾ ਘਿਰਾਓ ਕਰਾਂਗੇ। ਅਸੀਂ ਲਾਲ ਝੰਡਿਆਂ ਦੇ ਨਾਲ, ਆਪਣੇ ਕਾਲੇ ਝੰਡਿਆਂ ਦੇ ਨਾਲ ਜਿੱਥੇ ਵੀ ਇਹ ਰੈਲੀਆਂ ਕਰਨਗੇ, ਇਹਨਾਂ ਦਾ ਉੱਥੇ ਜਿਹੜਾ ਉਹ ਸਵਾਗਤ ਕੀਤਾ ਜਾਏਗਾ ਔਰ ਸਰਕਾਰ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਏਗਾ।